ਸਤਿ ਸ਼੍ਰੀ ਅਕਾਲ ਸਟੂਡੈਂਟਸ, ਪੰਜਾਬ ਐਗਜ਼ਾਮ ਅੱਡਾ 'ਤੇ ਤੁਹਾਡਾ ਸਵਾਗਤ ਹੈ। ਹੋਪਫੁਲੀ ਤੁਹਾਨੂੰ ਕੱਲ੍ਹ ਦਾ ਲੈਕਚਰ ਇੰਟਰੋਡਕਸ਼ਨ ਦਾ ਚੈਪਟਰ ਜਿਹੜਾ ਹੈ ਅੱਛੇ ਤਰੀਕੇ ਨਾਲ ਸਮਝ ਆਇਆ ਹੈ। ਅਤੇ ਹੁਣ ਅੱਜ ਆਪਾਂ ਕਰਾਂਗੇ IPC ਦੀ ਐਪਲੀਕੇਬਿਲਿਟੀ, ਜਿਹੜੀ ਕਿ ਸੈਕਸ਼ਨ 1 to 4 ਦੇ ਵਿੱਚ ਐਕਸਪਲੇਨ ਕੀਤੀ ਗਈ ਹੈ। ਅਤੇ ਉਸ ਤੋਂ ਪਹਿਲਾਂ ਆਪਾਂ ਸਮਝਾਂਗੇ IPC ਬਾਰੇ ਥੋੜ੍ਹਾ ਜਿਹਾ ਕੁਛ ਹੋਰ ਐਡੀਸ਼ਨਲ ਇਨਫੋਰਮੇਸ਼ਨ। ਇਸ ਦੇ ਵਿੱਚ ਟੋਟਲ ਚੈਪਟਰਸ 23 ਨੇ, ਪਲੱਸ 3 ਐਡੀਸ਼ਨਲ ਚੈਪਟਰਸ ਨੇ ਜਿਹੜੇ ਕਿ ਲੇਟਰ ਔਨ ਐਡ ਕੀਤੇ ਗਏ ਨੇ, ਜਿਵੇਂ ਕਿ ਚੈਪਟਰ 5A ਕ੍ਰਿਮੀਨਲ ਕੌਂਸਪੀਰੇਸੀ, ਚੈਪਟਰ 9A offences relating to elections, 20A dowry। ਸੋ ਮਤਲਬ ਟੋਟਲ ਹੋ ਗਏ 26 ਚੈਪਟਰਸ ਐਂਡ ਟੋਟਲ 511 ਸੈਕਸ਼ਨਸ ਨੇ ਓਰੀਜਨਲੀ। ਜੇ ਹੁਣ ਆਪਾਂ ਗੱਲ ਕਰੀਏ ਐਪਲੀਕੇਬਿਲਿਟੀ ਆਫ IPC ਦੀ, ਤਾਂ ਉਸ ਦੇ ਵਿੱਚ ਆਪਾਂ ਪਹਿਲਾਂ ਕਰਾਂਗੇ ਟੈਰੀਟੋਰੀਅਲ ਐਪਲੀਕੇਸ਼ਨ। ਟੈਰੀਟੋਰੀਅਲ ਐਪਲੀਕੇਸ਼ਨ ਆਫ IPC 'ਚ ਆ ਜਾਂਦਾ ਕਿ IPC ਜਿਹੜੀ ਹੈ ਉਹ ਹੋਲ ਆਫ ਦ ਇੰਡੀਆ ਦੇ ਉੱਤੇ ਐਪਲੀਕੇਬਲ ਹੈ। ਇੰਡੀਆ ਦੀ ਟੈਰੀਟਰੀ ਦੇ ਅੰਦਰ ਕੋਈ ਵੀ ਕ੍ਰਾਈਮ ਕਰਦਾ ਹੈ ਤਾਂ ਉਹ IPC ਦੇ ਅੰਡਰ ਪੈਨੈਲਟੀ ਬਣਦੀ ਆ ਉਹਦੀ। ਅਤੇ ਪਹਿਲਾਂ IPC ਜਿਹੜਾ ਹੈ ਉਹ ਜੰਮੂ ਐਂਡ ਕਸ਼ਮੀਰ ਦੇ ਵਿੱਚ ਐਪਲੀਕੇਬਲ ਨਹੀਂ ਸੀ, ਬਟ ਹੁਣ ਜੰਮੂ ਐਂਡ ਕਸ਼ਮੀਰ ਦੇ ਵਿੱਚ ਵੀ ਐਪਲੀਕੇਬਲ ਹੈ। ਪਹਿਲਾਂ ਉੱਥੇ ਰਣਬੀਰ ਕੋਡ ਸੀ, ਹੁਣ IPC ਐਪਲੀਕੇਬਲ। ਅਤੇ ਜੇ ਆਪਾਂ ਇਹਦੀ ਇੰਟਰਾ ਟੈਰੀਟੋਰੀਅਲ ਜੁਰਿਸਡਿਕਸ਼ਨ ਦੀ ਗੱਲ ਕਰੀਏ ਤਾਂ ਇਹ ਸਿਟੀਜ਼ਨਸ ਦੇ ਉੱਤੇ, ਨਾਨ ਸਿਟੀਜ਼ਨਸ ਆਫ ਇੰਡੀਆ ਦੇ ਉੱਤੇ, ਸਭ ਦੇ ਉੱਤੇ ਐਪਲੀਕੇਬਲ ਹੈ। ਚਾਹੇ ਕੋਈ ਫੋਰਨਰ ਹੈ, ਉਹ ਇੰਡੀਆ ਦੇ ਵਿੱਚ ਵਿਦਇਨ ਦ ਟੈਰੀਟਰੀ ਆਫ ਇੰਡੀਆ ਕ੍ਰਾਈਮ ਕਮਿਟ ਕਰਦਾ ਹੈ ਤਾਂ ਉਹ IPC ਦੇ ਅੰਡਰ ਪੈਨੈਲਟੀ ਲਈ ਲਾਇਬਲ ਹੈ। ਅਤੇ ਇਸਦੀ ਅਗਰ ਆਪਾਂ ਐਕਸਟਰਾ ਟੈਰੀਟੋਰੀਅਲ ਜੁਰਿਸਡਿਕਸ਼ਨ ਦੀ ਗੱਲ ਕਰੀਏ, ਦੈਟ ਇਜ਼ ਕਵਰਡ ਅੰਡਰ ਸੈਕਸ਼ਨ 4। ਕੋਈ ਵੀ ਇੰਡੀਅਨ ਸਿਟੀਜ਼ਨ ਹੈ, ਅਗਰ ਉਹ ਇੰਡੀਆ ਦੀ ਟੈਰੀਟਰੀ ਤੋਂ ਬਾਹਰ ਅਫੈਂਸ ਕਮਿਟ ਕਰਦਾ ਹੈ, ਈਵਨ ਕਿ ਉਹ ਐਕਟ ਅਗਰ ਇੰਡੀਅਨ ਪੀਨਲ ਕੋਡ ਦੀ ਅਫੈਂਸਿਸ ਦੀ ਡੈਫੀਨੇਸ਼ਨ ਦੇ ਵਿੱਚ ਕਵਰ ਹੁੰਦਾ ਹੈ ਤਾਂ ਉਹ ਲਾਇਬਲ ਹੋਏਗਾ, ਚਾਹੇ ਕਿ ਫੋਰਨ ਟੈਰੀਟਰੀ ਦੇ ਉੱਤੇ ਉਸਨੇ ਕ੍ਰਾਈਮ ਕੀਤਾ ਹੈ। ਇਸ ਦੇ ਪਿੱਛੇ ਰੀਜ਼ਨ ਇਹ ਹੈ ਕਿ ਇੰਡੀਅਨ ਸਿਟੀਜ਼ਨਸ ਨੂੰ ਪ੍ਰੀਵੈਂਟ ਕਰਨ ਲਈ, ਤਾਂ ਕਿ ਉਹ ਆਊਟਸਾਈਡ ਇੰਡੀਆ ਅਫੈਂਸ ਕਮਿਟ ਨਾ ਕਰਨ ਅਤੇ ਉਹਨਾਂ ਨੂੰ ਜੋ ਕ੍ਰਿਮੀਨਲ ਲਾਅ ਇੰਡੀਆ ਦਾ ਹੈ ਉਸ ਦੇ ਮੁਤਾਬਕ ਪਨਿਸ਼ ਕੀਤਾ ਜਾਵੇ, ਅਤੇ ਉੱਧਰਲੇ ਫੋਰਨ ਕੰਟਰੀ ਦੇ ਲਾਅ ਦੇ ਕ੍ਰਿਮੀਨਲ ਲਾਅ ਦੇ ਮੁਤਾਬਕ ਉਹਨਾਂ ਨੂੰ ਪਨਿਸ਼ ਕੀਤਾ ਜਾਵੇ। ਇਹ ਇਸ ਦੇ ਪਿੱਛੇ ਰੀਜ਼ਨ ਹੈ ਕਿ ਉਹ ਲਾਇਬਲ ਹੋਣਗੇ, ਚਾਹੇ ਉਹ ਫੋਰਨ ਕੰਟਰੀ 'ਚ ਕ੍ਰਾਈਮ ਕਮਿਟ ਕਰਨ। ਹੁਣ ਨੈਕਸਟ ਆਪਾਂ ਕਰਦੇ ਹਾਂ ਇਸਦੇ, ਹੁਣ ਆਪਾਂ ਆਉਂਦੇ ਅੱਗੇ ਡੈਫੀਨੇਸ਼ਨਸ ਵਾਲੇ ਪਾਰਟ 'ਤੇ। ਜੇ ਆਪਾਂ ਡੈਫੀਨੇਸ਼ਨਸ ਦੀ ਗੱਲ ਕਰੀਏ ਤਾਂ ਕਾਫੀ ਡੀਪਲੀ ਜਿਹੜਾ ਹੈਗਾ ਡਿਫਾਈਨਡ ਕੀਤੀਆਂ ਹੋਈਆਂ ਬਹੁਤ ਸਾਰੀਆਂ ਟਰਮਸ। ਕੁਛ ਤਾਂ ਬਹੁਤ ਹੀ ਬਿਲਕੁਲ ਪਲੇਨ ਨੇ, ਈਜ਼ੀ ਟੂ ਅੰਡਰਸਟੈਂਡ ਨੇ, ਬਟ ਜੋ ਸੈਕਸ਼ਨ 6 ਹੈ, ਸੈਕਸ਼ਨ 6 ਦੇ ਵਿੱਚ ਇਹਨਾਂ ਨੇ ਬੇਸਿਕਲੀ ਡੈਫੀਨੇਸ਼ਨ ਬਾਰੇ ਸਾਰਾ ਕੁਛ ਐਕਸਪਲੇਨ ਕੀਤਾ ਹੋਇਆ ਕਿ ਜੋ ਵੀ ਡੈਫੀਨੇਸ਼ਨਸ ਇਸ ਚੈਪਟਰ ਦੇ ਵਿੱਚ ਦਿੱਤੀਆਂ ਹੋਈਆਂ ਨੇ, ਠੀਕ ਹੈ, ਉਹ ਸਾਰੀਆਂ ਐਪਲੀਕੇਬਲ ਹੋਣਗੀਆਂ, ਬਟ ਉਹ ਸਬਜੈਕਟ ਟੂ ਜਨਰਲ ਐਕਸੈਪਸ਼ਨਸ ਵਾਲੇ ਚੈਪਟਰ 'ਤੇ। ਜਿਹੜਾ ਜਨਰਲ ਐਕਸੈਪਸ਼ਨਸ ਵਾਲਾ ਚੈਪਟਰ ਹੈ ਉਸ ਦੇ ਉੱਤੇ ਇਹ ਜਿੰਨੀਆਂ ਵੀ ਡੈਫੀਨੇਸ਼ਨਸ ਦਿੱਤੀਆਂ ਹੋਈਆਂ ਨੇ ਇਹ ਐਪਲੀਕੇਬਲ ਨਹੀਂ ਹੋਣਗੀਆਂ, ਬਟ ਅਦਰਵਾਈਜ਼ ਥਰੂ ਆਊਟ ਦਿਸ ਕੋਡ ਜਿੰਨੀਆਂ ਵੀ ਡੈਫੀਨੇਸ਼ਨਸ ਦਿੱਤੀਆਂ ਹੋਈਆਂ ਨੇ ਉਹ ਸਾਰੀਆਂ ਇਸ ਕੋਡ ਦੇ ਉੱਤੇ ਐਪਲੀਕੇਬਲ ਹੋਣਗੀਆਂ। ਅਤੇ ਹੁਣ ਜੇ ਆਪਾਂ ਗੱਲ ਕਰੀਏ ਡੈਫੀਨੇਸ਼ਨਸ ਦੀ ਤਾਂ ਆਪਾਂ ਗੱਲ ਕਰਦੇ ਹਾਂ ਜੈਂਡਰ ਦੀ। ਸੈਕਸ਼ਨ 8 ਇਹ ਬਹੁਤ ਇੰਪੋਰਟੈਂਟ ਹੈ, ਕਿਉਂਕਿ ਹਰ ਇੱਕ ਥਾਂ ਦੇ ਉੱਤੇ ਜਿੱਥੇ ਵੀ ਹੀ ਵਰਡ ਯੂਜ਼ ਕੀਤਾ ਹੋਏਗਾ, ਠੀਕ ਹੈ, ਉਸਦਾ ਮਤਲਬ ਸਿਰਫ ਮੇਲ ਜੈਂਡਰ ਨਹੀਂ ਹੈ, ਉਸਦਾ ਮਤਲਬ ਫੀਮੇਲ ਜੈਂਡਰ ਵੀ ਹੈ। ਇਟ ਮੀਨਸ ਕਿ ਜੋ ਇੱਥੇ ਹੀ ਵਰਡ ਯੂਜ਼ ਕੀਤਾ ਗਿਆ ਜਾਂ ਕਿਤੇ ਵੀ ਥਰੂ ਆਊਟ ਕੋਡ ਹੀ ਵਰਡ ਯੂਜ਼ ਕੀਤਾ ਗਿਆ ਹੈ, ਦੈਟ ਆਲਸੋ ਇਨਕਲੂਡਸ ਸ਼ੀ। ਇਹ ਮੰਨ ਕੇ ਹੀ ਚੱਲਾਂਗੇ ਆਪਾਂ ਕਿ ਜਿੱਥੇ ਹੀ ਵਰਡ ਲਿਖਿਆ ਦੈਟ ਆਲਸੋ ਇਨਕਲੂਡਸ ਸ਼ੀ। ਅਤੇ ਜੇ ਉਸ ਤੋਂ ਬਾਅਦ ਕੁਛ ਸਿੰਪਲ ਜਿਹੀਆਂ ਡੈਫੀਨੇਸ਼ਨਸ ਨੇ, ਨੰਬਰ, ਮੈਨ, ਵੂਮਨ, ਪਰਸਨ, ਪਬਲਿਕ, ਈਜ਼ੀ ਟੂ ਅੰਡਰਸਟੈਂਡ। ਹੁਣ ਅੱਗੇ ਗੱਲ ਕਰਾਂਗੇ ਆਪਾਂ ਸੈਕਸ਼ਨ 14, ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ, ਸਰਵੈਂਟ ਆਫ ਗਵਰਨਮੈਂਟ। ਕੋਈ ਵੀ ਆਫਿਸਰ, ਕੋਈ ਵੀ ਸਰਵੈਂਟ ਜਿਹੜਾ ਕਿ ਅਪੁਆਇੰਟ ਕੀਤਾ ਗਿਆ ਅਤੇ ਇੰਡੀਆ ਦੇ ਵਿੱਚ ਇੰਪਲੋਇਡ ਹੈ ਅੰਡਰ ਦ ਅਥੋਰਿਟੀ ਆਫ ਗਵਰਨਮੈਂਟ, ਇੰਡੀਅਨ ਗਵਰਨਮੈਂਟ ਦੇ ਅਥੋਰਿਟੀ ਦੇ ਅੰਡਰ ਅਪੁਆਇੰਟਡ ਹੈ, ਉਸ ਨੂੰ ਆਪਾਂ ਸਰਵੈਂਟ ਆਫ ਗਵਰਨਮੈਂਟ ਕਹਾਂਗੇ, ਚਾਹੇ ਯੂਨੀਅਨ ਦਾ ਚਾਹੇ ਸਟੇਟ ਦਾ। ਮਤਲਬ ਸਰਵੈਂਟ ਆਫ ਗਵਰਨਮੈਂਟ ਉੱਥੇ ਵਰਡ ਯੂਜ਼ ਹੁੰਦਾ ਜਿੱਥੇ ਕਿ ਜਿਨ੍ਹਾਂ ਬੰਦਿਆਂ ਦੀ ਪ੍ਰੋਪਰ ਸੁਪਰ ਐਨੂਏਸ਼ਨ ਪੀਰੀਅਡ ਹੈ ਜਿਹੜਾ, ਦੈਟ ਇਜ਼ ਰਿਟਾਇਰਮੈਂਟ ਏਜ ਸਪੈਸੀਫਿਕਲੀ ਗਿਵਨ ਹੁੰਦੀ ਹੈ।
ਜਿਸ ਜੌਬ ਦੀ ਸਪੈਸੀਫਿਕਲੀ ਰਿਟਾਇਰਮੈਂਟ ਏਜ ਗਿਵਨ ਹੈ ਉਹਨੂੰ ਆਪਾਂ ਸਰਵੈਂਟ ਆਫ ਗਵਰਨਮੈਂਟ ਕਹਿੰਦੇ ਹਾਂ, ਜਿਸ ਨੂੰ ਕਿ ਗਵਰਨਮੈਂਟ ਨੇ ਹੀ ਅਪੁਆਇੰਟ ਕੀਤਾ ਹੋਇਆ। ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਸੈਕਸ਼ਨ 19 ਜੱਜ। ਇਸ ਜੱਜ ਦੀ ਡੈਫੀਨੇਸ਼ਨ ਸਮਝਣਾ ਬਹੁਤ ਬਹੁਤ ਜ਼ਰੂਰੀ ਹੈ। ਦ ਵਰਡ ਜੱਜ ਡਿਨੋਟਸ ਨੋਟ ਓਨਲੀ ਐਵਰੀ ਪਰਸਨ ਹੂ ਇਜ਼ ਔਫੀਸ਼ੀਅਲੀ, ਸਿਰਫ ਔਰ ਸਿਰਫ ਉਹ ਬੰਦਾ ਜਿਹਨੂੰ ਕਿ ਜੱਜ ਦਾ ਡੈਜ਼ਿਗਨੇਸ਼ਨ ਮਿਲਿਆ ਹੋਇਆ ਹੈ ਉਹ ਜੱਜ ਨਹੀਂ ਹੁੰਦਾ। ਜੱਜ ਦੇ ਵਿੱਚ ਹੋਰ ਵੀ ਬਹੁਤ ਸਾਰੇ ਪਰਸਨਸ ਇਨਕਲੂਡਡ ਨੇ। ਫੋਰ ਐਗਜ਼ਾਮਪਲ, ਜਿਸ ਨੂੰ ਕਿ ਬਾਏ ਲਾਅ ਕੋਈ ਸਪੈਸ਼ਲ ਲਾਅ ਦੇ ਮੁਤਾਬਕ ਜਾਂ ਵੈਸੇ ਬਾਏ ਲਾਅ ਪਾਵਰ ਹੈ ਕਿਸੇ ਵੀ ਲੀਗਲ ਪ੍ਰੋਸੀਡਿੰਗਸ ਦੇ ਵਿੱਚ, ਸਿਵਲ ਕ੍ਰਿਮੀਨਲ ਦੇ ਵਿੱਚ, ਕਿ ਉਹ ਡੈਫੀਨੇਟਿਵ ਜੱਜਮੈਂਟ ਪਾਸ ਕਰ ਸਕਦਾ ਹੈ, ਉਹ ਵੀ ਜੱਜ ਹੈ। ਅਤੇ ਚਾਹੇ ਕੋਈ ਵੀ ਕਿਸੇ ਦੀ ਵੀ ਜੱਜਮੈਂਟ ਸਬਜੈਕਟ ਟੂ ਦ ਕਨਫਰਮੇਸ਼ਨ ਹੈ। ਸਪੋਜ਼ ਕਰੋ ਕਿਸੇ ਅਥੋਰਿਟੀ ਨੇ ਜੱਜਮੈਂਟ ਪਾਸ ਕੀਤੀ ਹੈ ਅਤੇ ਉਸ ਦੀ ਜੱਜਮੈਂਟ ਦੇ ਖਿਲਾਫ ਆਪਾਂ ਅਪੀਲ ਪਾਸ ਕਰ ਸਕਦੇ ਹਾਂ, ਜਾਂ ਫਿਰ ਉਸਨੂੰ ਅਪਰੂਵਲ ਦੀ ਜ਼ਰੂਰਤ ਹੈ, ਫਿਰ ਵੀ ਉਹ ਜੱਜਮੈਂਟ ਜਿਸ ਨੇ ਦਿੱਤੀ ਹੈ ਉਹਨੂੰ ਜੱਜ ਹੀ ਕਹਾਂਗੇ। ਇਹ ਨਹੀਂ ਕਹਿ ਸਕਦੇ ਕਿ ਅਗਰ ਉਹ ਕਿਸੇ ਅਥੋਰਿਟੀ ਦੀ ਹਜੇ ਅਪਰੂਵਲ ਬਾਕੀ ਹੈ ਤਾਂ ਉਹ ਜੱਜ ਨਹੀਂ ਹੈ। ਅਤੇ ਕੋਈ ਵੀ ਬੰਦਾ ਜਾਂ ਫਿਰ ਬਾਡੀ ਆਫ ਪਰਸਨਸ ਐਮਪਾਵਰਡ ਹੈ ਲਾਅ ਦੇ ਥਰੂ ਜੱਜਮੈਂਟ ਪਾਸ ਕਰਨ ਲਈ, ਉਸਨੂੰ ਆਪਾਂ ਜੱਜ ਕਹਿ ਸਕਦੇ ਹਾਂ। ਇਸ ਦੇ ਵਿੱਚ ਜੋ ਮੇਨ ਪੁਆਇੰਟ ਹੈ ਇਨਕਲੂਡ ਕਰਨ ਵਾਲਾ ਉਹ ਹੈ ਇਹ 'ਚ ਆਰਬਿਟਰੇਟਰ ਇਨਕਲੂਡਡ ਨਹੀਂ ਹੁੰਦਾ। ਅਤੇ ਕੰਸਾਈਲੀਏਸ਼ਨ ਆਫਿਸਰ ਜੱਜ ਹੈ ਅਗਰ ਅਗਰ ਉਹ ਗ੍ਰੈਚੁਇਟੀ ਐਕਟ ਦੇ ਅੰਡਰ ਕੁਝ ਜੱਜਮੈਂਟ ਪਾਸ ਕਰ ਰਿਹਾ। ਸੋ ਇਹ ਸੀਗਾ ਕੁਛ ਅੱਜ ਦੀ ਲੈਕਚਰ ਐਪਲੀਕੇਬਿਲਿਟੀ ਦੇ ਉੱਤੇ ਅਤੇ ਕੁਛ ਡੈਫੀਨੇਸ਼ਨਸ ਦੇ ਉੱਤੇ। ਅਤੇ ਜੇ ਤੁਹਾਨੂੰ ਲੈਕਚਰ ਅੱਛਾ ਲੱਗਿਆ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ।